ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ जी, ਅੱਜ ਆਪਾਂ ਜਪਜੀ ਸਾਹਿਬ ਦੀ ਆਰੰਭਤਾ ਕਰ ਰਹੇ ਹਾਂ, ਜੋ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬਾਣੀ ਹੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬੇਸ਼ੁਮਾਰ ਅਥਾ ਅਗੰਤ ਅਤੁਲੈ ਜੋ ਬੁਲਾਬੋ ਤਿਉ ਨਾਨਕ ਦਾਸ ਬੋਲੇ। ਇਸ ਬਾਣੀ ਦੀ ਬੜੀ ਵੱਡੀ ਵਡਿਆਈ ਹੈ, ਇਸ ਬਾਣੀ ਦੀ ਬੜੀ ਵੱਡੀ ਮਹਾਨਤਾ ਹੈ। ਮੈਂ ਸੂਖਮ ਮਾਤਰ ਛੋਟੀ ਜੀ ਇੱਕ ਸਾਖੀ ਅਰਬਤਾ ਦੇ ਵਿੱਚ ਦੱਸਾਂ। ਇਹਦੀ ਮਹਾਨਤਾ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਕਿ ਕੋਈ ਗੁਰਸਿੱਖ ਸਾਨੂੰ ਸ਼ੁੱਧ ਜਪਜੀ ਸਾਹਿਬ ਪਿਆਰ ਦੇ ਨਾਲ ਸੁਣਾਏਗਾ, ਉਹਨੂੰ ਮੂੰਹ ਮੰਗਿਆ ਇਨਾਮ ਮਿਲੇਗਾ। ਪਰ ਕਿਸੇ ਦੀ ਹਿੰਮਤ ਨਾ ਹੋਈ। ਗੁਰੂ ਸੰਗਤ ਦੇ ਵਿੱਚ ਬੈਠੇ ਇੱਕ ਭਾਈ ਗੋਪਾਲਾ ਜੀ, ਜਿਨ੍ਹਾਂ ਨੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ ਤੇ ਰਹਿਮਤ ਕਰੋ ਤੇ ਦਾਸ ਤੇ ਹੱਥ ਰੱਖੋ, ਅਸੀਂ ਸੁਣਾਉਨੇ ਹਾਂ। ਭਾਈ ਗੋਪਾਲਾ ਜੀ ਨੂੰ ਕਹਿਣ ਲੱਗੇ ਠੀਕ ਹੈ ਭਾਈ, ਗੁਰੂ ਬਖਸ਼ਿਸ਼ਾਂ ਤੁਹਾਡੇ ਨਾਲ। ਤੇ ਭਾਈ ਗੋਪਾਲਾ ਜੀ ਤਖਤ ਤੇ ਬੈਠ ਕੇ ਸਤਿਗੁਰੂ ਦੇ ਸਨਮੁਖ ਹੋ ਕੇ ਜਪਜੀ ਸਾਹਿਬ ਦਾ ਪਾਠ ਕਰਨ ਲੱਗੇ। ਬੜੇ ਪਿਆਰ ਦੇ ਨਾਲ ਇੱਕ ਓੰਕਾਰ ਤੋਂ ਸ਼ੁਰੂ ਕਰਦੇ ਨੇ ਤੇ ਚਲਦਿਆਂ ਜਦੋਂ ਖੰਡਾਂ ਤੇ ਬਾਣੀ ਆਉਂਦੀ ਆ ਅਖੀਰ ਮੁਕਾਮ ਤੇ ਮਨ ਦੇ ਵਿੱਚ ਇੱਕ ਸੰਕਲਪ ਪੈਦਾ ਹੁੰਦਾ ਕਿ ਗੁਰੂ ਜੀ ਮੈਨੂੰ ਜੇ ਪੁੱਛਣ ਕਿ ਗੋਪਾਲਾ ਜੀ ਕੀ ਮੰਗਣਾ, ਤਾਂ ਗੋਪਾਲਾ ਜੀ ਦੇ ਮਨ ਦੇ ਵਿੱਚ ਆ ਗਈ ਸੀ ਕਿ ਆ ਜਿਹੜੇ ਘੋੜੇ ਲਿਆਂਦੇ ਨੇ ਤੇ ਇਹ ਘੋੜੇ ਮੰਗ ਲਵਾਂ, ਤਾਂ ਕਿ ਇਹ ਬੜਾ ਸੋਹਣਾ ਘੋੜਾ ਹੈ। ਘੋੜੇ ਤੇ ਸੰਕਲਪ ਆ ਗਿਆ। ਇਧਰੋਂ ਸਤਿਗੁਰੂ ਜੀ ਜਿਵੇਂ ਜਿਵੇਂ ਬਾਣੀ ਸੁਣ ਰਹੇ ਸੀ, ਹੌਲੀ ਹੌਲੀ ਆਪਣੇ ਤਖਤ ਤੋਂ ਥੱਲੇ ਉਤਰ ਰਹੇ ਸੀ। ਜਦੋਂ ਭਾਈ ਗੋਪਾਲੇ ਜੀ ਦੀ ਅੰਦਰ ਦੀ ਦਸ਼ਾ ਦੇਖੀ ਤੇ ਵਿਚਾਰੀ ਕਿ ਭਾਈ ਗੋਪਾਲਾ ਜੀ ਤੇ ਘੋੜਿਆਂ ਤੇ ਆ ਗਿਆ। ਚਲੋ ਇਹਦੀ ਇੱਛਾ ਸੰਪੂਰਨਤਾ ਹੋਈ। ਮੁਕਤਸਰ ਬੇਨਤੀ ਇਹ ਗੋਪਾਲਾ ਜੀ ਦੇ ਸਿਰ ਤੇ ਹੱਥ ਰੱਖਿਆ ਤੇ ਕਹਿਣ ਲੱਗੇ ਭਾਈ ਗੋਪਾਲਾ ਜੀ ਨੂੰ ਜਿਹੜਾ ਘੋੜਾ ਲਿਆਂਦਾ ਆ ਬਿਧੀ ਚੰਦ ਸੀਨੇ ਨੇ, ਰਾਕੀ ਘੋੜਾ ਸੀ ਬੜਾ ਵਧੀਆ, ਇਹ ਘੋੜਾ ਦਿੱਤਾ ਜਾਵੇ। ਤੇ ਨਾਲ ਹੀ ਕਹਿਣ ਲੱਗੇ ਗੋਪਾਲਾ ਜੀ ਅੱਜ ਤੁਸੀਂ ਬਹੁਤ ਵੱਡੀ ਇੱਕ ਭੁਲੇਖਾ ਖਾ ਗਏ ਜੋ ਕਿ ਅੱਜ ਤੇ ਤੁਹਾਨੂੰ ਇਹ ਜਪਜੀ ਸਾਹਿਬ ਦੀ ਬਦੌਲਤ ਗੁਰਤਾ ਗੱਦੀ ਦਾ ਸਿੰਘਾਸਨ ਮਿਲਣ ਵਾਲਾ ਸੀ ਗੁਰੂ ਨਾਨਕ ਦਾ। ਅਸੀਂ ਬੜੇ ਪ੍ਰਸੰਨ ਸਾਂ, ਪਰ ਤੁਹਾਡੇ ਮਨ ਦੇ ਵਿੱਚ ਇੱਕ ਸੰਕਲਪ ਆ ਗਿਆ ਕਿ ਮੈਂ ਘੋੜਾ ਲੈ ਲਵਾਂ। ਘੋੜੇ ਤੇ ਇਸੇ ਕਰਕੇ ਸਤਿਗੁਰੂ ਜੀ ਨੇ ਬਾਣੀ 'ਚ ਵੀ ਕਿਹਾ ਕਿ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਏ। ਸੋ ਬੇਨਤੀ ਇਹ ਜਪਜੀ ਸਾਹਿਬ ਦੀ ਬਾਣੀ ਜਿਹੜਾ ਵੀ ਮਨ ਇਕਾਗਰ ਕਰਕੇ ਮਨੋ ਬਿਰਤੀਆਂ ਜੋੜ ਕੇ ਬੜੇ ਪ੍ਰੇਮ ਪਿਆਰ ਸਰਦਾ ਵਿਸ਼ਵਾਸ ਭਰੋਸੇ ਦੇ ਨਾਲ ਬਾਣੀ ਪੜ੍ਹੇਗਾ, ਇਹ ਬਾਣੀ ਦਾ ਸਦਕਾ ਜੀਵਨ ਮਿਲੇਗਾ, ਘਰ ਵਿੱਚ ਬਰਕਤਾਂ ਹੋਣਗੀਆਂ, ਲੋਕ ਪਰਲੋਕ ਸਵਾਰਿਆ ਜਾਏਗਾ। ਆਓ ਸਭ ਤੋਂ ਪਹਿਲਾਂ ਮੰਗਲਾਚਰਨ ਵਜੋਂ ਜੋ ਧੰਨ ਗੁਰੂ ਨਾਨਕ ਸਾਹਿਬ ਨੇ ਇਸ ਜਗਤ ਦੀ ਝੋਲੀ ਦੇ ਵਿੱਚ ਮੂਲ ਮੰਤਰ ਪਾਇਆ, ਇੱਕ ਵਾਰੀ ਫਿਰ ਮੂਲ ਮੰਤਰ ਸਰਵਣ ਕਰੀਏ ਤੇ ਫਿਰ ਅੱਗੇ ਵਿਚਾਰ ਕਰੀਏ। ਇੱਕ ਓੰਕਾਰ ਸਤਨਾਮ ਕਰਤਾ ਪੁਰਖ
निर्भव निर्वैर अकाल मूरत अजुनी सैभं गुर प्रसाद। गुरसवारियो, ये वही नदी तो निकलदिया उद्घोष एक संसार की झोली दे विच पैगाम और रब दे घर दा। सब तो पहला एक ओंकार गुरमत ते होर धर्म भी रब एक है, क्योंकि परमेश्वर तो एक है, उहदे नाम अनेक ने। जदों एक दी गल करिए, रब दी गल करिए गुरमुखो, सच्ची मुच्ची वो है तो एक, उहदे नाम अनेक ने। जिवें जाप साहब दे विच भी इस दी व्याख्या की कि हे रब जी, हे परमात्मा, कलगीधर पातशाह जी कहन लगे एक हैं, अनेक हैं, अनेक हैं, फिर एक है। तू एक है ते तेरे अनेक रूप ने। मैं फिर इत्थे बेनती करा कि जपजी साहब की व्याख्या जपजी साहब दे विचों ही होवेगी प्रमाणता। जदों नामां दी गल आउंदी है ते इत्थों तक बाबा नानक कहंदा गुरमुखो कि जेता कीता तेता नाउ, जो कुछ भी आ सतगुर तेरा ही ना आ, हर जगह ते तू ही तू आ। लेकिन आदि काल तो जदों मनुख ने होश संभाली आ गुरमुखो, होया कि इस रसना ते ओम शब्द आया सी, और ओम दा जो स्वरूप है वो तीन दा आया। ते तीन भी क्यों? क्योंकि इस संसार ते तीन लोक मन्ने गए ने, एक आकाश लोक, पताल लोक ते ये मात लोक, तीन लोक ने। ते लेकिन उस ओम दे आदि काल दे धर्मां ने, विद्वानां ने उहदे तीन अर्थ कढे। असल विच ते तीए दा मतलब सी आकाश लोक, पताल लोक ते मात लोक, लेकिन उन्होंने ने अर्थ ये कढ दिते कि तीन देवते ने, एक पैदा करने वाला, एक प्रतिपालना करने वाला, एक विनाश करने वाला। फिर उन्होंने तिना देवतियां दे नाम रख दिते, ब्रह्मा जी, विष्णु जी, शिव जी। इस दी व्याख्या अगे चल के आवेगी जपजी साहब दे विच कि एका माई जुगत विआई, तीन चेले परवान, एक संसारी, एक भंडारी, एक लाए दीवान। लेकिन बाबा नानक इन्हां नाल सहमत नहीं। वो कहने लगे नहीं भाई, सतगुरु नानक साहब जी ने गिणती का हिंसा पहला शुरू किया। गिणती एका क्यों? कि वो परमात्मा एक है, कोई 10 भी नहीं। वो सब कुछ कराउण दे मालक है। इन्हां लोकां ने तो फिर ये सोचा जिहड़ा पैदा कर सकदा वो मार नहीं सकदा, जिहड़ा पैदा कर सकदा वो प्रतिपालना नहीं कर सकदा, ते जिहड़ा प्रतिपालना कर सकदा वो पैदा नहीं कर सकदा। फिर वो भगवान ही कहदा रह गया, वो रब ही कहदा रह गया, जिहदी कोई एक ताकत ही नहीं। वो सर्व कला समर्थ है गुरु नानक दा घर, ये दसदा। वो तो सब कुछ करन कारण दा मालिक है। इस ढंग दे नाल मैं इत्थे बेनती भी साझी कर दवां, आदि काल शब्दां दे अर्थ अज भी पहला भी हौली हौली समय मुताबक गुरमुखों बदलते जाते ने। हुण एक शब्द जदों आपां शब्दां च लिखना एक, हुण एक दे स्वरूप तीन तरह ने। ये व्याकरण का नुकता है नाल चल, ग्रामर जिसनूं बोलते हैं ग्रामर, वो व्याकरण का नुकता की जदों तुसी गुरबाणी पढ़ोगे, गुरमुखो आप पढ़ो बाणी, तो तुसी देखोगे एक शब्द लिखना ना एक। हुण जे अंकां च लिखना तो सीधा एक आ जाएगा बस है। इस ढंग दे नाल जे आपां जदों शब्दां च लिखना है तो तीन स्वरूप ने एक दे। किहड़े किहड़े? ईड़ी, ईड़ी नूं सियारी ते कक्का, ये भी एक। फिर दूसरा स्वरूप ईड़ी, ईड़ी नूं सियारी, कक्का, कक्के नूं औकड़, थले मात्रा लगी है।
ਉਹਦਾ ਉਚਾਰਨ ਵੀ ਇੱਕ। ਤੀਸਰਾ ਸਰੂਪ ਈੜੀ ਈੜੀ ਨੂੰ ਸਿਆਰੀ, ਕੱਕਾ ਕੱਕੇ ਨੂੰ ਸਿਆਰੀ, ਇਹ ਵੀ ਉਚਾਰਨ ਚ ਇੱਕ। ਉਚਾਰਨ ਤਿੰਨਾਂ ਦਾ ਇੱਕ ਹੋਗਾ ਇੱਕ, ਲੇਕਿਨ ਅਰਥ ਤਿੰਨਾਂ ਦੇ ਅਲੱਗ ਹੋਣਗੇ। ਹੁਣ ਜਿਹੜਾ ਮੁਕਤਾ ਆ ਉਹ ਬਹੁਵਚਨ ਦੀ ਗੱਲ ਕਰੇਗਾ, ਜ਼ਿਆਦਿਆਂ ਦੀ। ਇੱਕ ਨਾਮ, ਜਿਵੇਂ ਬੋਲੋ ਇੱਕ ਨਾਮ ਕਿੰਨਿਆਂ ਕੁ ਨੂੰ। ਫਿਰ ਜਿਵੇਂ ਇੱਕ ਸਿਹਾਰੀ ਵਾਲਾ ਉਹ ਸੰਬੰਧ ਕੀ, ਔਂਕੜ ਵਾਲਾ ਉਹ ਇੱਕ ਪਰਸਨ ਦੀ ਗੱਲ ਕਰੇਗਾ। ਇਸੇ ਕਰਕੇ ਬਾਬੇ ਨਾਨਕ ਨੇ ਸ਼ਬਦਾਂ ਦੇ ਅਰਥਾਂ ਨੂੰ ਛੱਡ ਕੇ ਸਭ ਤੋਂ ਪਹਿਲਾਂ ਗਿਣਤੀ ਦਾ ਹਿੰਸਾ ਇੱਕ ਲਾਇਆ, ਕਿਉਂਕਿ ਇੱਕ 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 ਹੁੰਦਾ, ਔਰ ਇੱਕ ਦੀ ਹੀ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੱਲ ਹੈ। ਅੰਮ੍ਰਿਤ ਵਚਨ ਜਦੋਂ ਇੱਕ ਦੀ ਗੱਲ ਕਰੀਏ, ਪਹਿਲਾ ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਆਪੇ ਮਾਰੇ ਆਪੇ ਛੋੜੇ ਆਪੇ ਲੈਵੇ ਦੇ। ਏਕੋ ਹੈ ਸਾਹਿਬ ਮੇਰਾ ਏਕੋ ਹੈ, ਉਹ ਪਰਮਾਤਮਾ, ਉਹ ਪਰਮੇਸ਼ਰ, ਉਹ ਰੱਬ ਇੱਕ ਹੈ। ਤੇ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ, ਇੱਕ ਓੰਕਾਰ, ਉਹ ਓਮ ਨੂੰ ਫਿਰ ਅੱਗੇ ਕਾਰ ਲਾ ਦਿੱਤੀ। ਉਹ ਇੱਕ ਜਿਹੜਾ ਆ ਤਿੰਨਾਂ ਮਾਤ ਲੋਕਾਂ ਦੇ ਵਿੱਚ ਵਿਆਪਕ ਆ। ਓੰਕਾਰ, ਕਾਰ ਤੋਂ ਮਤਲਬ ਸਾਰਿਆਂ ਦੇ ਵਿੱਚ ਵਿਦਮਾਨ ਹੈ, ਔਰ ਹਰ ਸਮੇਂ ਇੱਕੋ ਸਮੇਂ ਉਹ ਇੱਕ ਪਰਮਾਤਮਾ, ਪਰਮੇਸ਼ਰ, ਗॉड, ਈਸ਼ਵਰ, ਭਗਵਾਨ, ਅੱਲਾ, ਕੁਛ ਵੀ ਕਹਿ ਲਓ, ਉਹਦੇ ਨਾਮ ਅਨੇਕ ਨੇ। ਅੱਗੇ ਚੱਲ ਕੇ ਗੱਲ ਕਰਾਂਗੇ ਕਿ ਬਾਬੇ ਨਾਨਕ ਨੇ ਸਾਡੇ ਝੋਲੀ ਦੇ ਵਿੱਚ ਉਸ ਇੱਕ ਦਾ ਕੀ ਨਾਮ ਪਾਇਆ। ਹੁਣ ਉਹ ਇੱਕ ਜਿਹੜਾ ਆ ਪਰਮੇਸ਼ਰ, ਰੱਬ ਜੀ, ਭਗਵਾਨ, ਤਿੰਨਾਂ ਲੋਕਾਂ ਦੇ ਵਿੱਚ, ਆਕਾਸ਼ ਪਤਾਲ ਤੇ ਮਾਤ ਲੋਕ ਦੇ ਹਰ ਸਮੇਂ ਵਿਆਪਕ ਆ। ਤੇ ਇੱਕ ਓੰਕਾਰ, ਤੇ ਉਹ ਇੱਕ ਓੰਕਾਰ ਦਾ ਨਾਮ ਬਾਬੇ ਨਾਨਕ ਨੇ ਸਾਡੀ ਝੋਲੀ ਦੇ ਵਿੱਚ ਗੁਰਮੁਖੋਂ ਪਾ ਦਿੱਤਾ, ਵਾਹਿਗੁਰੂ। ਇਸਲਾਮ ਧਰਮ ਦੇ ਬਾਨੀ ਨੇ ਉਸ ਇੱਕ ਦਾ ਨਾਮ ਅੱਲਾਹ। ਇਸੇ ਢੰਗ ਦੇ ਨਾਲ ਆਪਾਂ ਬਾਬੇ ਨਾਨਕ ਦੇ ਘਰ ਦੀ ਹੀ ਗੱਲ ਕਰਨੀ ਹੈ। ਮੈਂ ਮਿਸਾਲ ਦੇ ਦਿੱਤੀ ਦੂਸਰੇ ਧਰਮ ਦੀ ਵੀ ਨਾਲ, ਕਿ ਸਾਡੀ ਝੋਲੀ 'ਚ ਉਸ ਇੱਕ ਦਾ ਨਾਮ ਕੀ ਪਾਤਾ, ਵਾਹਿਗੁਰੂ। ਅਸੀਂ ਵਾਹਿਗੁਰੂ ਦੀ ਆਰਾਧਨਾ ਕਰਨੀ ਆ, ਵਾਹਿਗੁਰੂ ਨੂੰ ਜਪਣਾ ਆ, ਵਾਹਿਗੁਰੂ ਨੂੰ ਧਿਆਉਣਾ ਆ। ਵਾਹਿਗੁਰੂ ਸਾਡਾ ਮਾਲਕ ਆ। ਉਹ ਇੱਕ ਓੰਕਾਰ ਵਾਹਿਗੁਰੂ ਹੈ। ਅੱਜ ਦੀ ਇਤਨੀ ਵਿਚਾਰ, ਉਹ ਇੱਕ ਓੰਕਾਰ ਵਾਹਿਗੁਰੂ ਹੈ। ਹੁਣ ਉਹ ਇੱਕ ਓੰਕਾਰ ਵਾਹਿਗੁਰੂ ਦੀ ਅੱਗੇ ਵਿਆਖਿਆ ਅਗਲੇ ਮੂਲ ਮੰਤਰ ਦੇ ਵਿੱਚ ਆਪਾਂ ਅਗਲੇ ਚੈਪਟਰ 'ਚ ਸਰਵਣ ਕਰਾਂਗੇ। ਜੋ ਮੂਲ ਮੰਤਰ ਫਿਰ ਦੁਹਰਾ ਕੇ ਮੈਂ ਸਮਾਪਤੀ ਕਰਾਂ। ਇੱਕ ਓੰਕਾਰ ਤਾਂ ਹੈ, ਫਿਰ ਅੱਗੇ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸੋ ਇਤਨੀ ਬੇਨਤੀ ਪ੍ਰਵਾਨ, ਗਲਤੀਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ